सतनाम श्री वाहिगुरु साहिब जीओ। हर कीया कथा कहानिया गुरमीत सुनाइया। बलिहारी गुर अपने गुर कौ बल जाइया। राम कथा जुग जुग अटल सब कोई भाखत नेत। स्वर्गवास रघुवर करा सगरी पुरी समेत। जो एह कथा सुन अर गावै दुख पाप तेह निकट न आवै। जो एह कथा सुन अर गावै दुख पाप तेह निकट न आवै। जुगो जुगा टल चवर छत्र तखत दे मालक दसां पातशाहियां जी दी जोत हाजर नाजर श्री गुरु ग्रंथ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਸਤਿਗੁਰਾਂ ਦੇ ਸਨਮੁਖ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਸਾਜ ਕੇ ਨਵਾਜੀ। ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਆਓ ਕੁਝ ਸਮੇਂ ਲਈ ਸਤਿਗੁਰ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ मन विरदियां कागर करके जुड़ करके बहन की कृपालता करिए। समय और सुआसां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण कीती है ਉਹ ਵਿਚਾਰ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਕਿਰਪਾਲੂ ਦਿਆਲੂ ਸਤਿਗੁਰ ਜੀ ਇਧਰ ਮਾਲਵੇ ਇਲਾਕੇ ਦੇ ਵਿੱਚ ਡਰੋਲੀ ਭਾਈ ਕੀ ਨਗਰ ਵਿਖੇ ਸਤਿਗੁਰੂ ਜੀ ਵਿਰਾਜਮਾਨ ਹੈ। ਸਾਈਂ ਦਾਸ ਦੇ ਗ੍ਰਹਿ ਵਿਖੇ ਹੁਣ ਕਾਫੀ ਲੰਮਾ ਸਮਾਂ ਸਤਿਗੁਰੂ ਜੀ ਨੂੰ ਬਤੀਤ ਹੋਇਆ ਇਧਰ ਮਾਲਵੇ ਇਲਾਕੇ ਵਿਖੇ ਪਹੁੰਚਿਆ ਤੇ ਨਾਲ ਹੀ ਵੱਡਾ ਘਰ ਨਗਰ ਹੈ, ਪਿੰਡ ਹੈ, ਵੱਡਾ ਘਰ। ਉਥੋਂ ਦਾ ਸਤਿਗੁਰ ਦਾ ਸੇਵਕ ਹੈ ਦਰਖਾਨ ਭਾਈ ਆਕੁਲ ਜੀ ਤੇ ਉਹਦੀ ਪੁੱਤਰੀ ਬੜੀ ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਕੀਤੀ। ਉਹਨੇ ਇਹ ਮੰਨ ਲਈਏ ਕਿ ਉਹਦੇ ਬਹੁਤ ਵੱਡੇ ਉੱਤਮ ਭਾਗ ਨੇ ਤੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਸਮਾਂ ਪਾ ਕੇ ਵਿਆਹ ਦੇ ਲਾਇਕ ਹੋਈ ਤੇ ਕਹਿੰਦੇ ਚੰਗਾ ਵਰ ਲੱਭਿਆ, ਚੰਗੇ ਘਰਾਣੇ ਕਾਰੋਬਾਰ ਦੇ ਵਿੱਚੋਂ ਲੱਭਿਆ ਵਰ। ਤੁਕਲਾਣੀ ਨਗਰ ਤੋਂ ਭਾਈ ਸਾਧੂ ਨਾਮ ਦਾ ਲੜਕਾ ਜੀ ਦੇ ਨਾਲ ਕਹਿੰਦੇ ਭਾਈ ਆਕੁਲ ਦੀ ਲੜਕੀ ਦਾ ਵਿਆਹ ਆਨੰਦ ਕਾਰਜ ਕੀਤਾ ਗਿਆ। ਤੁਕਲਾਣੀ ਨਗਰ ਤੋਂ ਸਾਦਾ ਭਾਈ ਸਾਦਾ ਜੀ ਉਹਦਾ ਪੁੱਤਰ ਭਾਈ ਸਾਧੂ ਜੀ ਉਹ ਲੱਭ ਕੇ ਵਿਆਹ ਆਨੰਦ ਕਾਰਜ ਕੀਤੇ ਗਏ। ਜਦੋਂ ਭਾਈ ਆਕੁਲ ਨੇ ਵਿਚਾਰ ਕੀਤੀ ਕਿ ਭਾਈ ਸਾਧੂ ਜਿਹੜਾ ਦਮਾਦ ਬਣਨ ਜਾ ਰਿਹਾ ਤੁਕਲਾਣੀ ਨਗਰ ਤੋਂ ਉਹ ਗੁਰਸਿੱਖ ਹੈ ਜੇ ਨਹੀਂ ਪਤਾ ਕਰਨ ਤੇ ਪਤਾ ਲੱਗਿਆ ਕਹਿੰਦੇ ਉਹਦੇ ਸਖੀ ਸਰਵਰ ਨੂੰ ਮੰਨਦੇ ਨੇ, ਭੂਤਾ ਪ੍ਰੇਤਾ ਮੜੀਆਂ ਮਸਾਣੀਆਂ ਨੂੰ ਮੰਨਦੇ ਨੇ ਤੇ ਸਿੱਖੀ ਦੇ ਨਾਲ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਹੈ। ਮਨ ਨੂੰ ਬੜਾ ਦੁੱਖ ਲੱਗਿਆ
ਤੇ ਭਾਈ ਆकुल ਜੀ ਬੇਨਤੀਆਂ ਕਰਿਆ ਕਰਦਾ ਸੀ, ਸਤਿਗੁਰੂ ਜੀ ਕਿਰਪਾ ਕਰ ਦਿਓ, ਇਹਨਾਂ ਨੂੰ ਵੀ ਸਿੱਖ ਬਣਾ ਲਿਓ, ਇਹਨਾਂ ਨੂੰ ਵੀ ਸਿੱਖੀ ਪ੍ਰਦਾਨ ਕਰ ਦਿਓ। ਬਾਅਦ ਦੇ ਵਿੱਚ ਸਤਿਗੁਰ ਦੀ ਕਿਰਪਾ ਹੋਈ, ਆਪ ਸੰਗਤ ਨੇ ਜੋ ਪਹਿਲੇ ਭਾਗ ਦੇ ਵਿੱਚ ਇਹ ਸਰਵਣ ਕੀਤਾ, ਆਪਣੇ YouTube ਚੈਨਲ ਦੇ ਉੱਤੇ ਵੀ ਰੋਜ਼ਾਨਾ ਲਾਈਵ ਵਿਚਾਰ ਹੁੰਦੀ ਹੈ, ਆਪ ਸੰਗਤ ਸਰਵਣ ਕਰ ਸਕਦੇ ਹੋ ਵਿਸਥਾਰ ਦੇ ਨਾਲ। ਤੇ ਕਹਿੰਦੇ ਜਦੋਂ ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੋਈ, ਸਮਾਂ ਪਾ ਕੇ ਇਹਨਾਂ ਨੂੰ ਸਿੱਖੀ ਪ੍ਰਾਪਤ ਹੋਈ। ਤੇ ਸਤਿਗੁਰ ਨੇ ਬਚਨ ਵੀ ਕੀਤੇ ਸਨ ਭਾਈ ਸਾਧੂ ਨੂੰ ਤੇ ਭਾਈ ਆकुल ਦੀ ਲੜਕੀ ਨੂੰ ਕਿ ਤੁਹਾਡੇ ਘਰ ਦੇ ਵਿੱਚ ਇੱਕ ਸੁੰਦਰ ਪੁੱਤਰ ਹੋਵੇਗਾ ਜੋ ਸਿੱਖੀ ਨੂੰ ਬੜਾ ਪਿਆਰ ਕਰੇਗਾ, ਪ੍ਰਫੁੱਲਤ ਕਰੇਗਾ। ਤੇ ਸਮਾਂ ਪਾ ਕੇ ਕਹਿੰਦੇ ਪੁੱਤਰ ਉਹਨਾਂ ਦੇ ਗ੍ਰਹਿ ਵਿਖੇ ਪ੍ਰਾਪਤ ਹੋਇਆ। ਤੇ ਖੁਸ਼ੀ ਦੇ ਮਾਰੇ ਸਤਿਗੁਰ ਦੇ ਸਨਮੁਖ ਇੱਥੇ ਡਰੋਲੀ ਭਾਈ ਕੇ ਸਤਿਗੁਰ ਦੇ ਸਨਮੁਖ ਬੱਚੇ ਨੂੰ ਲੈ ਕੇ ਆਏ। ਸਤਿਗੁਰ ਦੇ ਸਾਹਮਣੇ ਚਰਨਾਂ 'ਚ ਪਾ ਕੇ ਬੇਨਤੀ ਕੀਤੀ, ਸਤਿਗੁਰ ਜੀ ਬੱਚੇ ਦਾ ਨਾਮ ਤੁਸੀਂ ਰੱਖੋ। ਤੇ ਬੱਚਾ ਬੜਾ ਸੋਹਣਾ ਸੀ, ਉਹਦਾ ਰੂਪ, ਉਹਦਾ ਚਿਹਰਾ ਬੜਾ ਦਗਦਗ ਕਰਦਾ ਸੀ, ਚੰਦ ਵਰਗਾ ਮੁਖੜਾ ਸੀ, ਬੜਾ ਰੂਪ ਸੋਹਣਾ ਸੀ, ਕੋਮਲ ਮੁਖੜਾ। ਤੇ ਸਤਿਗੁਰੂ ਜੀ ਨੇ ਵਿਚਾਰ ਨੂੰ ਵੇਖਦਿਆਂ ਹੋਇਆਂ ਉਸ ਬੱਚੇ ਦਾ ਨਾਮ ਭਾਈ ਰੂਪ ਚੰਦ ਕਰਕੇ ਵਰਣਨ ਕੀਤਾ। ਸਤਿਗੁਰੂ ਦੀ ਕਿਰਪਾ ਹੋਈ, ਉਹ ਬੱਚਾ ਹੁਣ ਭਾਈ ਰੂਪ ਚੰਦ ਕਰਕੇ ਉਹਦਾ ਨਾਮ ਵਰਣਨ ਕੀਤਾ ਗਿਆ। ਸਤਿਗੁਰੂ ਦੀ ਕਿਰਪਾ ਹੋਈ, ਦੋਨੋਂ ਜਾਣੇ ਭਾਈ ਸਾਧੂ ਤੇ ਦੀ ਪਤਨੀ ਬੜੇ ਖੁਸ਼ ਹੋਏ ਨੇ, ਸਿੱਖੀ ਪ੍ਰਾਪਤ ਕੀਤੀ ਹੈ, ਸਤਿਗੁਰ ਦੇ ਚਰਨਾਂ ਮਿਰਦ ਪ੍ਰਾਪਤ ਕੀਤਾ ਤੇ ਏਦਾਂ ਬਖਸ਼ਿਸ਼ ਰਹਿਮਤ ਪ੍ਰਾਪਤ ਕਰਨ ਲੱਗੇ। ਕਹਿੰਦੇ ਤੁਕਲਾਣੀ ਨਗਰ ਵਿਖੇ ਸਤਿਗੁਰ ਦੀ ਕਿਰਪਾ ਰਹਿਮਤ ਵਰਤਣ ਲੱਗੀਏ, ਸਮਾਂ ਬਤੀਤ ਕਰ ਲੱਗੇ। ਉਹ ਜਿਹੜਾ ਰੂਪਚੰਦ ਪੁੱਤਰ ਸੀ ਭਾਈ ਸਾਧੂ ਦਾ, ਥੋੜਾ ਵੱਡਾ ਹੋਇਆ, ਇੰਨਾ ਕੁ ਲਾਇਕ ਹੋ ਗਿਆ ਕਿ ਭਾਈ ਸਾਧੂ ਦੇ ਨਾਲ ਉਹਦੇ ਕਾਰ ਵਿਹਾਰ ਦੇ ਵਿੱਚ ਹੱਥ ਵੰਡਾਉਣ ਜੋਗਾ ਹੋ ਗਿਆ। ਤੇ ਨਾਲ ਹੀ ਨਾਲ ਸਿੱਖੀ ਦੇ ਪ੍ਰਤੀ ਬੜਾ ਪਿਆਰ ਹੈ, ਬੜੀ ਭਾਵਨਾ ਹੈ ਉਹ ਰੂਪਚੰਦ ਦੀ। ਤੇ ਪਿਆਰ ਦੇ ਨਾਲ ਲੋਕ ਉਸ ਬੱਚੇ ਨੂੰ ਭਾਈ ਰੂਪਾ ਕਰਕੇ ਪਿਆਰ ਦੇ ਨਾਲ ਬੁਲਾਉਂਦੇ ਨੇ, ਭਾਈ ਰੂਪਾ। ਤੇ ਸਤਿਗੁਰ ਦੀ ਕਿਰਪਾ ਰਹਿਮਤ ਏਦਾਂ ਵਰਤਣ ਲੱਗੀ ਪਿਆਰਿਓ। ਨਾਲ ਦੀ ਨਾਲ ਸਤਿਗੁਰ ਦੇ ਸਨਮੁਖ ਸਮਾਂ ਪਾ ਕੇ ਸੰਗਤ ਵੀ ਕਰਦੇ ਆ, ਸਤਿਗੁਰ ਦੀ ਸੇਵਾ ਵੀ ਕਰਦੇ ਆ, ਤੇ ਨਾਲ ਦੀ ਨਾਲ ਜੋ ਆਪਣਾ ਕਾਰ ਵਿਹਾਰ ਹੈ ਉਹ ਵੀ ਪਏ ਕਰਦੇ ਆ। ਸਿੱਖੀ ਨਾਲ ਬਹੁਤ ਪਿਆਰ ਹੈ, ਸਤਿਗੁਰ ਦੀ ਕਿਰਪਾ ਰਹਿਮਤ ਹੈ। ਜੋ ਭਾਈ ਆकुल ਨੇ ਬੇਨਤੀਆਂ ਕੀਤੀਆਂ ਸਨ ਕਿ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਇਹਨਾਂ ਨੂੰ ਸਿੱਖੀ ਪ੍ਰਦਾਨ ਕਰੋ, ਬਖਸ਼ਿਸ਼ ਰਹਿਮਤ ਕਰੋ। ਇਹ ਤੇ ਸਖੀ ਸਰਵਰ ਨੂੰ ਮੜੀਆਂ ਮਸਾਣੀਆਂ ਭੂਤਾ ਪ੍ਰੇਤਾਂ ਨੂੰ ਮੰਨਦੇ, ਇਹਨਾਂ ਦੇ ਸਿੱਖੀ ਦੇ ਨਾਲ ਕੋਈ ਰਿਲੇਸ਼ਨ ਨਹੀਂ ਆ। ਤੇ ਜਿਵੇਂ ਭਾਈ ਆकुल ਨੇ ਉਹ ਭਾਈ ਸਾਧੂ ਪ੍ਰਤੀ, ਭਾਈ ਸਾਦੇ ਪ੍ਰਤੀ ਬੇਨਤੀ ਕੀਤੀ ਸੀ ਨਾ, ਇਹ ਸਹੁਰੇ ਪਰਿਵਾਰ ਦੇ ਆਪਣੇ ਕੁੜਮਾ ਪਰਿਵਾਰ ਪ੍ਰਤੀ, ਤੇ ਭਾਈ ਆकुल ਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰ ਨੇ ਸਿੱਖੀ ਪ੍ਰਦਾਨ ਕੀਤੀ। ਇਹੋ ਜਿਹੀ ਸਿੱਖੀ ਬਖਸ਼ੀ ਕਿ ਜਿਨ੍ਹਾਂ ਦੇ ਨਾਮ ਦੇ ਨਾਲ ਕਹਿੰਦੇ ਨਗਰ ਦੀ ਜਾਣ ਪਹਿਚਾਣ ਇਲਾਕੇ ਵਿੱਚ, ਸੰਸਾਰ ਵਿੱਚ ਹੋਣੀ ਸ਼ੁਰੂ ਹੋ ਗਈ। ਹੁਣ ਭਾਈ ਰੂਪਚੰਦ ਜਿਹਨੂੰ ਪਿਆਰ ਦੇ ਨਾਲ ਲੋਕ ਭਾਈ ਰੂਪਾ ਕਹਿ ਕੇ ਬੁਲਾਉਂਦੇ ਨੇ, ਉਹਦੇ ਤੇ ਸਤਿਗੁਰ ਦੀ ਕਿਰਪਾ ਰਹਿਮਤ ਵਰਤਣ ਲੱਗੀ। ਸਿੱਖੀ ਨਾਲ ਪਿਆਰ ਹੈ, ਰੋਜ਼ਾਨਾ ਆਪਣੇ ਘਰ ਦੇ ਕਾਰੋਬਾਰ ਪਏ ਕਰਦੇ ਨੇ, ਤੇ ਨਾਲ ਦੀ ਨਾਲ ਸਮਾਂ ਕੱਢ ਕੇ ਸਤਿਗੁਰ ਦੇ ਸਨਮੁਖ ਵੀ ਆਉਂਦੇ ਨੇ, ਲੰਗਰਾਂ ਵਾਸਤੇ, ਗੁਰੂ ਘਰ ਦੇ ਸੇਵਾਵਾਂ ਵਾਸਤੇ ਦਸਵੰਧ ਲੈ ਕੇ ਵੀ ਆਉਂਦੇ, ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਕਰਦੇ ਨੇ। ਹੁਣ ਸਤਿਗੁਰ ਦੀ ਸੰਗਤ ਕਰਕੇ ਬੜਾ ਆਨੰਦ ਪ੍ਰਾਪਤ ਕਰਦੇ, ਇਧਰੋਂ ਸਤਿਗੁਰ ਜੀ ਵੀ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦੇ ਨੇ। ਕਹਿੰਦੇ ਇੱਕ ਦਿਨ ਕੀ ਹੋਇਆ, ਇਹ ਭਾਈ ਸਾਧੂ ਜੀ ਤੇ ਭਾਈ ਰੂਪਚੰਦ ਜੀ, ਜੋ ਇਹਨਾਂ ਦਾ ਕੰਮ ਕਾਜ ਸੀ ਤਰਖਾਣਾ ਦਾ, ਉਹਦੇ ਮੁਤਾਬਕ ਕਹਿੰਦੇ ਜੰਗਲ ਦੇ ਵਿੱਚੋਂ
ਵਧੀਆ ਚੰਗੀ ਲੱਕੜ ਲੈਣ ਵਾਸਤੇ, ਵੱਢਣ ਵਾਸਤੇ, ਪ੍ਰਾਪਤ ਕਰਨ ਵਾਸਤੇ ਗਏ ਨੇ। ਤੇ ਉਸ ਵੇਲੇ ਅੱਧੀ ਦੀ ਗਰਮੀ ਹੈ, ਬੜੀ ਗਰਮੀ ਹੈ, ਜੇਠ ਹਾੜ ਦੇ ਮਹੀਨੇ ਆ। ਦੋਨੋਂ ਪਿਓ ਪੁੱਤ ਆਪੋ ਆਪਣੇ ਕੰਮ ਕਾਜ ਦੇ ਸੰਬੰਧ ਵਿੱਚ ਕਹਿੰਦੇ ਜੰਗਲ ਵਿੱਚੋਂ ਲੱਕੜ ਲੈਣ ਵਾਸਤੇ ਗਏ ਆ। ਤੇ ਘਰ ਦੇ ਵਿੱਚੋਂ ਇੱਕ ਮਸ਼ਕ ਦੇ ਵਿੱਚ ਪਾਣੀ ਪਾ ਕੇ ਠੰਡਾ ਜਲ ਲੈ ਕੇ ਤੁਰੇ ਨੇ। ਘਰ ਦੇ ਵਿੱਚੋਂ ਜਲ ਪਾਣੀ ਪ੍ਰਸ਼ਾਦਾ ਪਾਣੀ ਛਕ ਕੇ ਤੁਰ ਪਏ ਨੇ। ਕਹਿੰਦੇ ਜੇ ਰਸਤੇ ਵਿੱਚ ਪਿਆਸ ਲੱਗੀ ਤੇ ਜਲ ਛਕ ਲਵਾਂਗੇ, ਗਰਮੀ ਬਹੁਤ ਹੈ, ਪਾਣੀ ਦੀ ਲੋੜ ਪਵੇਗੀ। ਇੱਕ ਸੁੰਦਰ ਵਧੀਆ ਖੁੱਲੀ ਡੁੱਲੀ ਮਸ਼ਕ ਪਾਣੀ ਦੀ ਭਰ ਲਈ ਤੇ ਭਰ ਕੇ ਜੰਗਲਾਂ ਵਿੱਚ ਤੁਰ ਪਏ ਨੇ। ਤੁਰੇ ਜਾ ਰਹੇ ਨੇ ਰਸਤੇ ਦੇ ਵਿੱਚ ਤੇ ਥੋੜੇ ਸਮੇਂ ਬਾਅਦ ਕਹਿੰਦੇ ਜੰਗਲ ਵਿੱਚ ਪਹੁੰਚ ਗਏ। ਜਦੋਂ ਜੰਗਲ ਵਿੱਚ ਪਹੁੰਚੇ ਆ ਤੇ ਇਹਨਾਂ ਕੋਲ ਪਾਣੀ ਦੀ ਜਿਹੜੀ ਮਸ਼ਕ ਹੈ ਉਹ ਇੱਕ ਜੰਡ ਦੇ ਦਰਖਤ ਦੇ ਨਾਲ ਛਾਵੇਂ ਬੰਨ ਦਿੱਤੀ ਉੱਚੀ ਕਰਕੇ। ਦੁਪਹਿਰ ਦਾ ਸਮਾਂ, ਬੜੀ ਤਪਸ਼ ਪੈ ਰਹੀ ਹੈ, ਲੋ ਵਗ ਰਹੀ ਹੈ, ਬਹੁਤ ਜ਼ਿਆਦਾ ਗਰਮੀ ਹੈ। ਤੇ ਕਹਿੰਦੇ ਆਪੋ ਆਪਣੇ ਕੰਮਾਂ ਦੇ ਵਿੱਚ ਮਸਤ ਹੋ ਗਏ, ਵਿਅਸਤ ਹੋ ਗਏ ਦੋਨੋਂ ਜਾਣੇ ਪਿਓ ਪੁੱਤ। ਲੱਕੜਾ ਵੱਢਣ ਲੱਗੇ ਨੇ। ਹੁਣ ਕਾਫੀ ਸਮਾਂ ਬਤੀਤ ਹੋਇਆ ਕੰਮ ਕਰਦਿਆਂ ਨੂੰ ਜੰਗਲ ਦੇ ਵਿੱਚ ਹੀ। ਤੇ ਜਲ ਪਾਣੀ ਪ੍ਰਸ਼ਾਦਾ ਛਕ ਕੇ ਆਏ ਸਨ। ਥੋੜੇ ਸਮੇਂ ਬਾਅਦ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਸ ਲੱਗ ਗਈ। ਤੇ ਜਿਸ ਵੇਲੇ ਭਾਈ ਸਾਧੂ ਨੇ ਵਿਚਾਰ ਕੀਤੀ ਕਿ ਜਲ ਛਕ ਲਈਏ, ਰੂਪ ਚੰਦ ਨੇ ਉਹ ਪਾਣੀ ਵਾਲੀ ਮਸ਼ਕ ਨੂੰ ਜਲ ਛਕਣ ਵਾਸਤੇ ਕਹਿੰਦੇ ਹੱਥ ਲਾਇਆ। ਕੀ ਦੇਖਦੇ ਨੇ ਕਿ ਜਿਹੜੀ ਪਾਣੀ ਵਾਲੀ ਮਸ਼ਕ ਹੈ ਉਹ ਜੰਡ ਦੇ ਦਰਖਤ ਦੇ ਨਾਲ ਟੰਗੀ ਹੋਈ ਉੱਚੀ ਲੰਮੀ ਕਰਕੇ ਦੁਪਹਿਰ ਦੀ ਲੋ ਪੈ ਪੈ ਕੇ ਛਾਵੇਂ ਉਹ ਜਿਹੜਾ ਪਾਣੀ ਇਦਾਂ ਦਾ ਹੋ ਚੁੱਕਿਆ, ਠੰਡਾ ਸੀਤਲ ਨਿਰਮਲ ਜਲ ਹੋ ਗਿਆ, ਬਹੁਤ ਵਧੀਆ ਦੇਖਣ ਨੂੰ ਪ੍ਰਤੀਤ ਹੁੰਦਾ। ਇਉਂ ਕਹਿ ਲਈਏ ਕਵੀ ਸੰਤੋਖ ਸਿੰਘ ਜੀ ਦੱਸਦੇ, ਕਹਿੰਦੇ ਉਹ ਜਲ ਇਦਾਂ ਲੱਗਦਾ ਜਿਵੇਂ ਕਹਿੰਦੇ ਅੰਮ੍ਰਿਤ ਹੋਵੇ, ਠੰਡਾ ਸੀਤਲ ਜਲ ਐ, ਸਾਫ਼ ਨਿਰਮਲ ਜਲ। ਤੇ ਭਾਈ ਰੂਪ ਚੰਦ ਨੇ ਜਿਸ ਵੇਲੇ ਗੁਰੂ ਪਿਆਰੋ ਜਲ ਮਸ਼ਕ ਦੇਖੀ ਹੈ ਕਿ ਪਾਣੀ ਬਹੁਤ ਠੰਡਾ, ਬੜਾ ਸੁੰਦਰ ਹੈ, ਬੜਾ ਨਿਰਮਲ ਹੈ, ਬੜਾ ਸਾਫ਼ ਹੈ, ਅੰਮ੍ਰਿਤ ਵਰਗਾ ਪਾਣੀ ਹੈ। ਉਸ ਵੇਲੇ ਭਾਈ ਰੂਪ ਚੰਦ ਨੇ ਮਨ ਵਿੱਚ ਵਿਚਾਰ ਕੀਤੀ ਕਿ ਇਹ ਤੇ ਪਾਣੀ ਬਹੁਤ ਹੀ ਵੱਖਰਾ, ਬਹੁਤ ਹੀ ਅਨੋਖਾ ਬਣ ਚੁੱਕਿਆ। ਉਹ ਕਹਿੰਦਾ ਅਸੀਂ ਕਲਯੁਗੀ ਜੀਵ ਆ, ਅਸੀਂ ਸੰਸਾਰ ਦੇ ਵਿੱਚ ਗ੍ਰਸਤੀ ਜੀਵ ਆ। ਕਹਿੰਦੇ ਇਦਾਂ ਦੀ ਪ੍ਰਾਪਤੀ ਅਸੀਂ ਇਹ ਜਲ ਦੀ ਕਰੀਏ, ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਹੈ, ਇੰਨੀ ਤਾਕਤ ਨਹੀਂ ਹੈ। ਸਤਿਗੁਰ ਨੇ ਕਿਰਪਾ ਕੀਤੀ, ਕਹਿੰਦੇ ਜਲ ਇੰਨਾ ਵਧੀਆ, ਇੰਨਾ ਸੁੰਦਰ ਬਣ ਗਿਆ। ਹੁਣ ਕਹਿੰਦੇ ਜਲ ਸਾਡੇ ਲਾਇਕ ਨਹੀਂ ਤੇ ਸਤਿਗੁਰ ਦੇ ਛਕਣ ਦੇ ਲਾਇਕ ਬਣ ਚੁੱਕਿਆ। ਉਸ ਵੇਲੇ ਭਾਈ ਰੂਪ ਚੰਦ ਨੇ ਸਤਿਗੁਰ ਦੀ ਕਿਰਪਾ ਦੇ ਨਾਲ ਆਪਣੇ ਪਿਤਾ ਨੂੰ ਬੇਨਤੀ ਕੀਤੀ। ਕਹਿਣ ਲੱਗੇ, ਪਿਤਾ ਜੀ ਜਲ ਵੀ ਆਪਣੇ ਕੋਲ ਹੈ, ਪਿਆਸ ਵੀ ਲੱਗੀ ਹੈ, ਪਰ ਜਿਹੜਾ ਜਲ ਆਪਾਂ ਛਕਣਾ ਹੈ ਨਾ, ਇਹ ਜਲ ਹੁਣ ਆਪਣੇ ਛਕਣ ਦੇ ਲਾਇਕ ਨਹੀਂ। ਤੇ ਜਲ ਬਹੁਤ ਸੁੰਦਰ, ਬੜਾ ਨਿਰਮਲ, ਬੜਾ ਸਾਫ਼ ਸੁਥਰਾ, ਅੰਮ੍ਰਿਤ ਵਰਗਾ ਬਣ ਚੁੱਕਿਆ। ਹੁਣ ਇਸ ਜਲ ਦੀ ਪ੍ਰਾਪਤੀ ਕਹਿੰਦੇ ਸਤਿਗੁਰ ਜੀ ਕਰ ਸਕਦੇ ਆ। ਸਾਡੇ ਵਿੱਚ ਕਿੱਥੇ ਏਡੇ ਉੱਤਮ ਭਾਗ ਨੇ ਕਿ ਇੰਨਾ ਸੁੰਦਰ ਜਲ ਅਸੀਂ ਛਕ ਲਈਏ। ਇਦਾਂ ਦਾ ਜਲ ਤੇ ਕਹਿੰਦੇ ਮੈਂ ਕਦੇ ਦੇਖਿਆ ਹੀ ਨਹੀਂ ਜਿੱਦਾਂ ਦਾ ਹੁਣ ਪ੍ਰਤੀਤ ਹੋ ਰਿਹਾ। ਉਸ ਵੇਲੇ ਆਪਣੇ ਪਿਤਾ ਨੂੰ ਕਹਿਣ ਲੱਗਾ, ਪਿਤਾ ਜੀ ਆਪਾਂ ਇਹ ਜਲ ਨਹੀਂ ਛਕਣਾ, ਇਹਦੇ ਸਤਿਗੁਰ ਜੀ ਦੇ ਛਕਣ ਦੇ ਲਾਇਕ ਆ। ਸਤਿਗੁਰ ਨੂੰ ਛਕਾਵਾਂਗੇ, ਉਹਨਾਂ ਨੂੰ ਇਹ ਜਲ ਦਾ ਭੋਗ ਲਵਾਵਾਂਗੇ, ਫੇਰ ਜ਼ਰੂਰ ਛਕ ਸਕਦੇ ਆ, ਆਪਾਂ ਇਹ ਜਲ ਪੀ ਸਕਦੇ ਆ। ਤੇ ਉਸ ਵੇਲੇ ਭਾਈ ਸਾਧੂ ਨੇ ਜਦੋਂ ਇਦਾਂ ਦੀ ਰੂਪ ਚੰਦ ਦੀ ਵਿਚਾਰ ਦੇਖੀ ਤੇ ਮਨ ਵਿੱਚ ਬੜਾ ਖੁਸ਼ ਹੋਇਆ ਕਿ ਮੇਰੇ ਪੁੱਤਰ ਦਾ ਸਤਿਗੁਰ ਦੇ ਪ੍ਰਤੀ, ਗੁਰੂ ਸਤਿਗੁਰ ਦੇ ਸਿੱਖੀ ਪ੍ਰਤੀ ਕਿੱਡੀ ਭਾਵਨਾ, ਕਿੱਡੀ ਸ਼ਰਧਾ ਏ।
ਉਸ ਵੇਲੇ ਭਾਈ ਸਾਧੂ ਕਹਿਣ ਲੱਗਾ, ਠੀਕ ਹੈ ਪੁੱਤਰ, ਜੇਕਰ ਤੇਰੀ ਇਦਾਂ ਦੀ ਵਿਚਾਰ ਹੈ, ਜ਼ਰੂਰ ਹੋਣੀ ਚਾਹੀਦੀ ਇਦਾਂ ਦੀ ਵਿਚਾਰ। ਉਸ ਵੇਲੇ ਬੜਾ ਖੁਸ਼ ਹੋਇਆ। ਕਹਿੰਦੇ ਦੁਪਹਿਰ ਦਾ ਸਮਾਂ, ਪਿਆਸ ਵੀ ਲੱਗੀ ਦੋਨਾਂ ਜਣਿਆਂ ਨੂੰ, ਅੱਤ ਦੀ ਗਰਮੀ ਹੈ, ਲੋ ਵਗ ਰਹੀ ਹੈ, ਜਲ ਛਕਿਆ ਨਹੀਂ। ਕਿਉਂਕਿ ਮਨ ਵਿੱਚ ਇਹ ਵਿਚਾਰ ਹੈ ਕਿ ਇਹ ਜਲ ਤੇ ਸਤਿਗੁਰ ਦੀ ਸੇਵਾ ਦੇ ਵਿੱਚ ਪ੍ਰਦਾਨ ਕਰਨਾ, ਸਤਿਗੁਰ ਜੀ ਨੂੰ ਭੇਟਾ ਕਰਨਾ, ਆਪ ਨਹੀਂ ਛਕਣਾ। ਹਾਂ, ਇੱਕ ਗੱਲ ਜ਼ਰੂਰ ਹੈ, ਜਦੋਂ ਸਤਿਗੁਰ ਜੀ ਛਕ ਲਵਣਗੇ ਫਿਰ ਬਾਅਦ ਵਿੱਚ ਅਸੀਂ ਛਕ ਲਵਾਂਗੇ। ਉਸ ਵੇਲੇ ਅਰਦਾਸਾਂ ਬੇਨਤੀਆਂ ਜੁਦੜੀਆਂ ਕਰਨ ਲੱਗੇ ਨੇ ਕਿ ਸਤਿਗੁਰ ਜੀ ਆ ਜਲ ਦੀ ਪ੍ਰਾਪਤੀ ਕਰੋ, ਬਾਅਦ ਵਿੱਚ ਅਸੀਂ ਛਕਾਂਗੇ, ਵਰਨਾ ਅਸੀਂ ਜਲ ਛਕਣਾ ਹੀ ਨਹੀਂ। ਉਸ ਵੇਲੇ ਕੰਮ ਤੇ ਲੱਗ ਗਏ। ਥੋੜਾ ਜਿਹਾ ਕੰਮ ਕੀਤਾ, ਲੱਕੜਾਂ ਵੱਢੀਆਂ, ਫੇਰ ਕਹਿੰਦੇ ਪਿਆਸ ਨੇ ਸੰਤਾਉਣਾ ਸ਼ੁਰੂ ਕਰ ਦਿੱਤਾ। ਧਿਆਨ ਦੇਣਾ ਗੁਰੂ ਪਿਆਰਿਓ, ਸੰਸਾਰ ਦੇ ਵਿੱਚ ਮਨੁੱਖ ਦੀ ਵਿਚਾਰ ਹੈ, ਕਹਿੰਦੇ ਮਨੁੱਖ ਪ੍ਰਸ਼ਾਦੇ ਤੋਂ ਬਿਨਾਂ ਕੁਝ ਸਮਾਂ ਕੱਟ ਲਵੇਗਾ, ਪਰ ਪਾਣੀ ਦੀ ਪਿਆਸ ਤੋਂ ਬਿਨਾਂ ਕਹਿੰਦੇ ਮਨੁੱਖ ਤੋਂ ਰਿਹਾ ਨਹੀਂ ਜਾਂਦਾ। ਪਾਣੀ ਦੀ ਪਿਆਸ ਨਹੀਂ ਕੱਟੀ ਜਾ ਸਕਦੀ, ਕਿਉਂਕਿ ਗੁਰਬਾਣੀ ਵੀ ਕਹਿੰਦੀ ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਸੋਏ, ਸੂਤਾ ਕਿਉਂ ਕਰ ਰੱਖੀਏ, ਸੂਤਕ ਪਵੈ ਰਸੋਏ। ਸਤਿਗੁਰ ਜੀ ਕਹਿੰਦੇ ਸੰਸਾਰ ਦੇ ਵਿੱਚ ਮਨੁੱਖ ਵਾਸਤੇ ਕੀ 84 ਲੱਖ ਜੂਨਾਂ ਵਾਸਤੇ ਪਹਿਲਾਂ ਪਾਣੀ ਹੈ, ਜੀਵਨ ਹੀ ਪਾਣੀ ਹੈ। ਸਾਡੇ ਸਰੀਰ ਵਿੱਚ ਵੀ ਸਤਿਗੁਰ ਜੀ ਕਹਿੰਦੇ ਨੇ ਬਹੁਤਾ ਤਰ ਪਾਣੀ ਹੈ, ਤਰਲ ਮਾਤਰ ਹੈ। ਤੇ ਸਤਿਗੁਰੂ ਜੀ ਕਹਿੰਦੇ ਜੇਕਰ ਪਾਣੀ ਨਹੀਂ ਤੇ ਸਰੀਰ ਪਾਣੀ ਤੋਂ ਬਿਨਾਂ ਬਚ ਨਹੀਂ ਸਕਦਾ, ਤੜਫ ਤੜਫ ਕੇ ਪਿਆਸ ਦੇ ਨਾਲ ਮਰ ਜਾਵੇਗਾ। ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ, ਜਿਹਦੇ ਅੱਗੇ ਕਹਿੰਦੇ ਸਾਰੇ ਆਪਣਾ ਜੀਵਨ ਇਦਾਂ ਦਾ ਵਿਚਾਰ ਕਰ ਰਹੇ ਨੇ। ਪਿਆਸ ਤੋਂ ਬਿਨਾਂ ਮਨੁੱਖ ਤੋਂ ਕਦਾਚਿਤ ਵੀ ਬਰਦਾਸ਼ਤ ਨਹੀਂ ਹੋ ਸਕਦਾ, ਕੱਟਿਆ ਨਹੀਂ ਜਾ ਸਕਦਾ ਸਮਾਂ। ਉਸ ਵੇਲੇ ਹੁਣ ਕਹਿੰਦੇ ਜੇਠ ਹਾੜ ਦੇ ਮਹੀਨੇ ਤਪਦੀ ਲੋ ਹੈ, ਦੁਪਹਿਰ ਦਾ ਸਮਾਂ, ਪਿਆਸ ਲੱਗੀ ਹੈ, ਤੇ ਕਹਿੰਦੇ ਮੁਖ ਦੇ ਵਿੱਚੋਂ ਜਿਹੜੀ ਜੀਵ ਹੈ ਉਹ ਸੁੱਕ ਕੇ ਤਾਲੂ ਇਹਦੇ ਨਾਲ ਲੱਗੀ ਹੈ, ਬੁੱਲ ਦੋਵੇਂ ਸੁੱਕ ਕੇ ਜੁੜ ਚੁੱਕੇ ਨੇ, ਪਿਆਸ ਪੂਰੀ ਪਿਆਸ ਲੱਗੀ ਹੈ। ਪਰ ਮਨ ਵਿੱਚ ਇਹ ਭਾਵਨਾ ਕਿ ਸਤਿਗੁਰ ਜੀ ਜਲ ਛਕਣਗੇ ਫੇਰ ਛਕਾਂਗੇ, ਨਹੀਂ ਤੇ ਨਹੀਂ। ਉਸ ਵੇਲੇ ਬੇਨਤੀਆਂ ਕਰਨ ਲੱਗੇ, ਨਾਲ ਦੀ ਨਾਲ ਕੰਮ ਪਏ ਕਰਦੇ ਨੇ। ਤੇ ਗੁਰੂ ਪਿਆਰਿਓ ਕਹਿੰਦੇ ਤੁਕਲਾਣੀ ਨਗਰ ਦੇ ਵਿੱਚ ਇਹ ਦੋਨੋਂ ਜਣੇ ਆਪੋ ਆਪਣੇ ਕੰਮਾਂ ਵਿੱਚ ਲੱਗੇ ਨੇ। ਤੁਕਲਾਣੀ ਨਗਰ ਤੋਂ ਭਾਈ ਕੀ ਡਰੋਲੀ ਜਿੱਥੇ ਸਤਿਗੁਰ ਜੀ ਵਿਰਾਜਮਾਨ ਹੈ 30-35 ਕਿਲੋਮੀਟਰ ਦਾ ਫਾਸਲਾ ਰਸਤਾ ਏ, ਪੈਂਡਾ ਏ। ਮਨ ਵਿੱਚ ਵਿਚਾਰ ਕਰਨ ਲੱਗੇ ਜੇਕਰ ਸਤਿਗੁਰ ਜੀ ਉੱਥੋਂ ਤੁਰੇ 30-35 ਕਿਲੋਮੀਟਰ ਦਾ ਫਾਸਲਾ ਤੇ ਇੱਥੇ ਕਿਵੇਂ ਪਹੁੰਚਣਗੇ। ਫਿਰ ਮਨ ਵਿੱਚ ਇਹ ਵਿਚਾਰ ਰੱਖਦੇ ਆ, ਭਾਵਨਾ ਸਹਿਤ ਕਹਿਣ ਲੱਗੇ ਸਤਿਗੁਰ ਜੀ ਵਾਸਤੇ ਏਡੀ ਦੂਰੀ ਕੋਈ ਮੈਨੇ ਨਹੀਂ ਰੱਖਦੀ। ਸਤਿਗੁਰੂ ਜੀ ਤੇ ਕਿਰਪਾ ਰਹਿਮਤ ਕਰਨ ਲੱਗੇ, ਤਦ ਛਨ ਦੇ ਵਿੱਚ ਬਖਸ਼ਿਸ਼ਾਂ ਵਰਤਾ ਦਿੰਦੇ ਨੇ। ਉਸ ਵੇਲੇ ਅਰਦਾਸਾਂ ਬੇਨਤੀਆਂ ਪੈ ਕਰਦੇ ਨੇ, ਮੁਖ ਮੁਰਝਾ ਗਏ ਨੇ, ਪਾਣੀ ਤੋਂ ਬਿਨਾਂ ਪਿਆਸ ਲੱਗੀ ਹੈ। ਇਦਾਂ ਦੀ ਵਿਚਾਰ ਹੋ ਗਈ ਹੈ ਕਿ ਸਤਿਗੁਰੂ ਜੀ ਦੇ ਇਹਨਾਂ ਦੋਨਾਂ ਸਿੱਖਾਂ ਦਾ, ਪਿਓ ਪੁੱਤ ਦਾ ਇਦਾਂ ਦਾ ਹਾਲ ਹੋ ਗਿਆ ਪਿਆਸ ਦੇ ਕਾਰਨ ਕਰਕੇ। ਉਸ ਵੇਲੇ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ ਨੇ, ਡਿੱਗੇ ਪਏ। ਤੇ ਇਧਰੋਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਕਿਰਪਾਲੂ ਦਿਆਲੂ ਸਤਿਗੁਰੂ ਜੀ ਭਾਈ ਕੀ ਡਰੋਲੀ ਨਗਰ ਵਿਖੇ ਵਿਰਾਜਮਾਨ ਹੈ। ਤੇ ਸਾਈਂ ਦਾਸ ਦੀ ਪਤਨੀ ਬੀਬੀ ਰਾਮੋ ਜੀ ਸਤਿਗੁਰ ਦੇ ਵਾਸਤੇ ਸਤਬਦੀ ਗਰਮੀ ਦੇ ਵਿੱਚ ਇੱਕ ਕਮਰੇ ਦੇ ਅੰਦਰ ਕਹਿੰਦੇ ਦੱਬ ਵਿਛਾ ਕੇ ਉੱਤੇ ਪਾਣੀ ਛੜਕਾਇਆ। ਇਹ ਕਹਿ ਲੋ ਕਿ ਕਮਰੇ ਨੂੰ ਠੰਡਾ ਕਰਨ ਦਾ ਯਤਨ ਕੀਤਾ ਗਿਆ। ਸਤਿਗੁਰ ਜੀ ਵਿਰਾਜਮਾਨ ਸਨ, ਆਰਾਮ ਕਰ ਰਹੇ ਸਨ ਦੁਪਹਿਰ ਦੇ ਸਮੇਂ। ਤੇ ਬੀਬੀ ਰਾਮੋ ਜੀ ਸਤਿਗੁਰ ਦੀ ਸੇਵਾ ਪੇ ਕਰਦੇ ਆ
ਕੀ ਦੇਖਦੀ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰ ਜੀ ਯਕਦਮ ਪਲੰਗ ਤੋਂ ਉੱਠੇ ਨੇ, ਠੰਡੇ ਕਮਰੇ ਚੋਂ ਬਾਹਰ ਨਿਕਲੇ, ਸਿੱਖਾਂ ਨੂੰ ਹੁਕਮ ਕੀਤਾ, ਸਿੱਖੋ ਘੋੜਾ ਲੈ ਕੇ ਆਓ ਫਟਾਫਟ। ਘੋੜਾ ਤਿਆਰ ਕੀਤਾ, ਕਾਠੀ ਪਾ ਦਿੱਤੀ ਗਈ ਤੇ ਸਤਿਗੁਰੂ ਜੀ ਨੇ ਕਿਹਾ, ਕਹਿੰਦੇ ਸਾਨੂੰ ਜ਼ਰੂਰੀ ਕੰਮ ਆਣ ਪਿਆ, ਸਾਡਾ ਜਾਣਾ ਜ਼ਰੂਰੀ ਹੈ, ਥੋੜੇ ਸਮੇਂ ਬਾਅਦ ਅਸੀਂ ਵਾਪਸ ਆਵਾਂਗੇ। ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਘੋੜਾ ਕੱਢਿਆ, ਕਾਠੀ ਪਾਈ ਗਈ, ਫਟਾਫਟ ਘੋੜੇ ਤੇ ਸਵਾਰੀ ਕਰਕੇ ਇਧਰ ਤੁਕਲਾਣੀ ਨਗਰ ਵੱਲ ਰੁਖ ਕੀਤਾ ਸਤਿਗੁਰੂ ਜੀ ਨੇ। ਥੋੜੇ ਸਮੇਂ ਬਾਅਦ ਕਹਿੰਦੇ ਉੱਥੇ ਪਹੁੰਚ ਗਏ ਜਿੱਥੇ ਜੰਗਲ ਵੀ ਆ, ਵਾਨ ਦੇ ਵਿੱਚ ਦੁਪਹਿਰ ਦੀ ਅਤ ਗਰਮੀ ਦੇ ਅੰਦਰ ਭਾਈ ਸਾਧੂ ਜੀ ਦਾ ਪੁੱਤਰ ਰੂਪ ਚੰਦ ਜੀ ਦੋਨੋਂ ਕੰਮ ਕਾਜ ਕਰਦੇ ਪਏ ਸਨ ਤੇ ਮਨ ਵਿੱਚ ਆਸ ਹੈ ਸਤਿਗੁਰੂ ਜੀ ਜਲ ਛਕਣਗੇ ਫੇਰ ਛਕਾਂਗੇ, ਨਹੀਂ ਤੇ ਛਕਣਾ ਹੀ ਨਹੀਂ। ਪਿਆਸ ਬਹੁਤ ਲੱਗੀ, ਵਿਆਕੁਲ ਹੋਏ ਪਏ, ਬੇਸੁਰਤ ਹੋ ਕੇ ਬੇਹੋਸ਼ ਹੋ ਕੇ ਧਰਤੀ ਤੇ ਡਿੱਗੇ ਪਏ ਦੋਨੋਂ ਜਣੇ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਅਚਨਚੇਤ ਉੱਥੇ ਘੋੜਾ ਲੈ ਕੇ ਪਹੁੰਚੇ ਨੇ। ਕੀ ਦੇਖਦੇ, ਦੋਨੋਂ ਪਿਓ ਪੁੱਤ ਬੇਹੋਸ਼ ਹੋ ਕੇ ਧਰਤੀ ਤੇ ਡਿੱਗੇ ਪਏ ਆ। ਪਰ ਭਾਵਨਾ ਦੇ ਵਿੱਚ, ਸ਼ਰਧਾ ਦੇ ਵਿੱਚ ਰਤਾ, ਪਰ ਵੀ ਕੋਈ ਇਦਾਂ ਦੀ ਵਿਚਾਰ ਪ੍ਰਾਪਤ ਨਹੀਂ ਹੋਈ ਕਿ ਉਹਨਾਂ ਦੀ ਵਿਚਾਰ ਨੂੰ, ਉਹਨਾਂ ਦੀ ਪ੍ਰੇਮ ਭਾਵਨਾ ਸ਼ਰਧਾ ਨੂੰ ਉਸ ਵਕਤ ਫਿੱਕਾ ਸਤਿਗੁਰ ਦੇ ਸਨਮੁਖ ਪਾ ਦਿੱਤਾ ਜਾਵੇ। ਇਦਾਂ ਦੀ ਵਿਚਾਰ ਬਣੀ ਹੋਈ ਨਹੀਂ। ਜਿਸ ਵੇਲੇ ਸਤਿਗੁਰੂ ਜੀ ਪਹੁੰਚੇ ਨੇ, ਸਤਿਗੁਰ ਨੇ ਦੇਖਿਆ ਦੋਨੋਂ ਪਿਓ ਪੁੱਤ ਬੇਹੋਸ਼ ਹੋਏ ਪਏ ਡਿੱਗੇ ਨੇ ਪਿਆਸ ਦੇ ਨਾਲ। ਕੋਲੇ ਜਾ ਕੇ ਉੱਚੀ ਦੇਣੇ ਸਤਿਗੁਰੂ ਜੀ ਨੇ ਆਵਾਜ਼ ਮਾਰੀ, ਕਹਿੰਦੇ ਉਹ ਸਿੱਖੋ ਉਠੋ, ਤੁਹਾਡੇ ਕੋਲੇ ਜਲ ਹੈ ਤੇ ਸਾਨੂੰ ਛਕਾਓ, ਸਾਨੂੰ ਪਿਆਸ ਬਹੁਤ ਲੱਗੀ ਹੈ, ਬੜੀ ਪਿਆਸ ਲੱਗੀ ਹੈ, ਉਠੋ, ਉੱਠ ਕੇ ਜਲ ਛਕਾਓ। ਤੇ ਕਹਿੰਦੇ ਜਦੋਂ ਬੇਹੋਸ਼ ਪਏ ਨੇ, ਮੱਧਮ ਜੀ ਆਵਾਜ਼ ਉੱਚੀ ਹੋਈ, ਮੱਧਮ ਜੀ ਆਵਾਜ਼ ਇਹਨਾਂ ਦੇ ਕੰਨਾਂ ਵਿੱਚ ਪਈ ਆ ਕਿ ਸਾਥੋਂ ਕੋਈ ਪਾਣੀ ਮੰਗ ਰਿਹਾ, ਦੁਪਹਿਰ ਦਾ ਸਮਾਂ ਤੇ ਪਿਆਸ ਉਹਨੂੰ ਬਹੁਤ ਲੱਗੀ ਹੈ। ਉਸ ਵੇਲੇ ਭਾਈ ਸਾਧੂ ਨੇ ਜਰਾ ਅੱਖ ਪੁੱਟ ਕੇ ਦੇਖੀ, ਕੀ ਦੇਖਦੇ, ਸਾਹਮਣੇ ਕੋਈ ਘੋੜੇ ਤੇ ਸਵਾਰ ਹੈ, ਕਲਗੀ ਲੱਗੀ, ਮੀਰੀ ਪੀਰ ਦੀਆਂ ਕਿਰਪਾਨਾਂ ਪਹਿਨੀਆਂ ਨੇ, ਰਾਜੇ ਮਹਾਰਾਜਿਆਂ ਤੋਂ ਵੀ ਉੱਚੀ ਦੀ ਠਾਠ ਬਣੀ ਹੈ। ਇਕੱਲੇ ਆਏ ਹੋਏ ਨੇ, ਦੇਖਦੇ ਨੇ ਕੌਣ ਹੈ, ਪਰ ਜਿਉਂ ਅੱਖ ਪੁੱਟ ਕੇ ਦੇਖਦੇ ਅੱਖਾਂ ਪੁੱਟੀਆਂ ਨਹੀਂ ਜਾਂਦੀਆਂ, ਬੇਹੋਸ਼ ਧਰਤੀ ਤੇ ਡਿੱਗੇ ਹੋਏ ਪਏ ਆ। ਸਤਿਗੁਰ ਨੇ ਦੂਜੀ ਆਵਾਜ਼ ਮਾਰੀ, ਤੀਜੀ ਆਵਾਜ਼ ਮਾਰੀ ਤੇ ਜਦੋਂ ਪਿਆਰ ਨਾਲ ਬੁਲਾਇਆ, ਸਿੱਖੋ ਉਠੋ, ਲਿਆਓ ਜਲ ਛਕਾਓ, ਸਾਨੂੰ ਪਿਆਸ ਬਹੁਤ ਲੱਗੀ ਹੈ। ਇਦਾਂ ਦੀ ਮਿੱਠੀ ਆਵਾਜ਼, ਇਦਾਂ ਦੀ ਪਿਆਰ ਦੀ ਆਵਾਜ਼, ਇਦਾਂ ਦੀ ਇਹ ਕਹਿ ਲੋ ਕਿ ਹੁਣ ਆਵਾਜ਼ ਕੌਣ ਮਾਰ ਸਕਦਾ, ਸਤਿਗੁਰ ਤੋਂ ਬਿਨਾਂ ਤੇ ਹੋਰ ਕੋਈ ਹੋ ਹੀ ਨਹੀਂ ਸਕਦਾ। ਉਸ ਵੇਲੇ ਜਦੋਂ ਵਿਚਾਰ ਕੀਤੀ, ਦੋਨੋਂ ਜਣੇ ਉੱਠੇ ਨੇ। ਜਦੋਂ ਸਾਹਮਣੇ ਸਤਿਗੁਰੂ ਜੀ ਨੂੰ ਦੇਖਿਆ ਘੋੜੇ ਤੇ ਸਵਾਰ ਹੋਇਆਂ ਨੂੰ, ਇਉਂ ਪ੍ਰਤੀਤ ਹੁੰਦਾ, ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਜਿਵੇਂ ਬਹੁਤੀ ਗਰਮੀ ਦੇ ਨਾਲ ਕੋਈ ਤਲਾਬ ਸੁੱਕਦਾ ਜਾਂਦਾ ਹੋਵੇ, ਉਹ ਤਲਾਬ ਦੇ ਵਿੱਚ ਜਿੰਨੇ ਵੀ ਜੀ ਜੰਤੂ ਹੈ, ਮੱਛੀਆਂ, ਡੱਡੂ ਆਦਿਕ ਪੰਛੀ, ਜੋ ਵੀ ਵਿਚਾਰ ਉਹਦੇ ਵਿੱਚ ਪਾਣੀ ਦੇ ਵਿੱਚ ਜੀ ਜੰਤੂ ਜਿੰਨੇ ਵੀ, ਉਹਨਾਂ ਨੂੰ ਉਹ ਤਲਾਬ ਸੁੱਕਣ ਦੇ ਨਾਂ ਤੇ ਕਹਿੰਦੇ ਉਹਨਾਂ ਦੇ ਜਾਨ ਤੇ ਬਣੀ ਹੁੰਦੀ। ਪਰ ਜਿਉਂ ਹੀ ਕਹਿੰਦੇ ਸੌਣ ਦੇ ਬੱਦਲ ਬਣ ਕੇ ਉਹ ਤਲਾਬ ਦੇ ਉੱਤੇ ਵਰਖਾ ਹੁੰਦੀ ਹੈ ਤੇ ਉਹਨਾਂ ਜੀ ਜੰਤੂਆਂ ਦਾ, ਉਸ ਪਾਣੀ ਦੇ ਜੀ ਜੰਤੂਆਂ ਦਾ ਜਿਹੜੀ ਖੁਸ਼ੀ ਪ੍ਰਾਪਤ ਹੋਵੇ, ਉਹ ਬੱਦਲ ਪ੍ਰਾਪਤ ਕਰਕੇ, ਜਲ ਪ੍ਰਾਪਤ, ਤਲਾਬ ਭਰਿਆ ਜਾਣ ਕੇ ਖੁਸ਼ੀ ਪ੍ਰਾਪਤ ਹੋਈ ਹੋਵੇ, ਉਹ ਖੁਸ਼ੀ ਨੂੰ ਅਨੁਭਵ ਕਰਨਾ, ਮਹਿਸੂਸ ਕਰਨਾ ਕਹਿੰਦੇ ਬੇਅੰਤ ਔਖਾ ਹੋ ਜਾਂਦਾ। ਇਸੇ ਤਰ੍ਹਾਂ ਕਹਿੰਦੇ ਇਹਨਾਂ ਦਾ ਸੁੱਕਿਆ ਮੁਰਝਾਇਆ ਚਿਹਰਾ, ਇਹਨਾਂ ਨੂੰ ਪਿਆਸ ਲੱਗੀ ਬੇਅੰਤ, ਤੇ ਕਹਿੰਦੇ ਜੀਵਨ ਦੀ ਆਸ ਮੁੱਕ ਚੁੱਕੀ ਸੀ। ਪਰ ਜਿਉਂ ਹੀ ਸਤਿਗੁਰੂ ਦੀ ਸੌਣ ਦੇ ਬੱਦਲ ਬਣ ਕੇ ਸਾਹਮਣੇ ਪ੍ਰਾਪਤ ਹੋਏ ਨੇ ਤੇ ਇਹਨਾਂ ਦੇ ਮੁਰਝਾਏ ਚਿਹਰੇ, ਬੇਸੁਰਤ ਹੋਏ ਮੁਖ,
ਜਿਉਂ ਹੀ ਦੇਖਿਆ ਕਪੁੱਟ ਕੇ ਸਤਿਗੁਰੂ ਜੀ ਸਾਹਮਣੇ ਖਲੋਤੇ, ਜਕਦਮ ਮਨ ਦੇ ਵਿੱਚ ਖੁਸ਼ੀ ਪ੍ਰਾਪਤ ਹੋਈ ਹੈ, ਆਨੰਦ ਪ੍ਰਾਪਤ ਹੋਇਆ। ਉਹ ਆਨੰਦ ਨੂੰ, ਖੁਸ਼ੀ ਨੂੰ ਕਹਿੰਦੇ ਕੋਈ ਕਿਵੇਂ ਅਨੁਭਵ ਕਰ ਸਕਦਾ, ਭਾਵ ਕੋਈ ਨਹੀਂ। ਕਿਵੇਂ ਕੋਈ ਮਹਿਸੂਸ ਕਰ ਸਕਦਾ, ਭਾਵ ਨਹੀਂ ਕਰ ਸਕਦਾ। ਉਹ ਆਨੰਦ, ਉਹ ਖੁਸ਼ੀ, ਉਹ ਵਿਚਾਰ ਕਹਿੰਦੇ ਉਹ ਸਤਿਗੁਰ ਦੇ ਸੇਵਕਾਂ ਨੂੰ ਹੀ ਪਤਾ। ਜਿਵੇਂ ਕਹਿੰਦੇ ਕੋਈ ਮਨੁੱਖ ਹੈ, ਰਸਨਾ ਤੋਂ ਗੁੰਗਾ ਹੋਵੇ, ਬੋਲ ਨਾ ਸਕਦਾ ਹੋਵੇ, ਤੇ ਮਨੁੱਖ ਨੇ ਕਹਿੰਦੇ ਮਠਿਆਈ ਦਾ ਆਨੰਦ ਰਸ ਚੱਕਿਆ ਹੋਵੇ ਤੇ ਬੋਲ ਕੇ ਤਾਂ ਨਹੀਂ ਦੱਸ ਸਕਦਾ ਇਹਦਾ ਆਨੰਦ ਕੀ ਹੈ। ਉਸ ਵੇਲੇ ਸਾਨੂੰ ਕਿਵੇਂ ਪਤਾ ਲੱਗੇ ਕਿ ਉਹ ਮਨੁੱਖ ਨੂੰ ਆਨੰਦ ਕਿਵੇਂ ਆਇਆ, ਕਿਵੇਂ ਉਹਦਾ ਸਵਾਦ ਪ੍ਰਾਪਤ ਹੋਇਆ? ਸਤਿਗੁਰੂ ਜੀ ਕਹਿੰਦੇ ਉਹਦੇ ਚਿਹਰੇ ਤੋਂ ਪਤਾ ਲੱਗੇਗਾ, ਉਹਦੀ ਖੁਸ਼ੀ ਤੋਂ, ਉਹਦੀ ਵਿਚਾਰ ਤੋਂ, ਉਹਦੇ ਹਾਵ ਭਾਵ ਤੋਂ ਪਤਾ ਲੱਗੇਗਾ ਇਹਨੂੰ ਮਠਿਆਈ ਦਾ ਆਨੰਦ ਕਿੰਨਾ ਪ੍ਰਾਪਤ ਹੋਇਆ। ਇਸੇ ਤਰ੍ਹਾਂ ਕਦੇ ਕੋਈ ਸਿੱਖ ਦੀ ਜਿਹੜੀ ਵਿਚਾਰ ਹੈ, ਜਦੋਂ ਸਤਿਗੁਰ ਦੀ ਪ੍ਰਾਪਤੀ ਹੁੰਦੀ, ਨਾਮ ਜਪਦੇ, ਸਿਮਰਨ ਕਰਦੇ, ਸੰਗਤ ਕਰਦੇ ਨੇ, ਉਹਦੇ ਕਹਿੰਦੇ ਚਿਹਰੇ ਤੋਂ ਅਨੁਭਵ ਕਰ ਸਕਦੇ ਆ ਕਿ ਸਤਿਗੁਰ ਦੀ ਕਿੰਨੀ ਵੱਡੀ ਬਖਸ਼ਿਸ਼ ਰਹਿਮਤ ਹੈ ਇਹਦੇ ਤੇ। ਵਰਨਾ ਸੰਸਾਰ ਦੇ ਵਿੱਚ ਕਿਸੇ ਗੁਰਸਿੱਖ ਦੀ ਵਿਚਾਰ ਨੂੰ ਮਾਪਣਾ ਜਾਂ ਪਹਿਚਾਨਣਾ, ਦੇਖਣਾ, ਪਰਖਣਾ ਕਾਲਜੁਗੀ ਮਨੁੱਖਾਂ ਦੇ ਵੱਸ ਦੀ ਗੱਲ ਨਹੀਂ ਹੈ। ਤੇ ਸਤਿਗੁਰੂ ਜੀ ਕਿਰਪਾ ਕਰਦੇ, ਕਹਿੰਦੇ ਉਸ ਵੇਲੇ ਉਹਨਾਂ ਦੀ ਵਿਚਾਰ ਇੱਕ ਵੱਖਰੇ ਤੌਰ ਤੇ ਪ੍ਰਾਪਤ ਹੋਈ। ਜਦੋਂ ਸਤਿਗੁਰੂ ਜੀ ਪ੍ਰਾਪਤ ਹੋਏ, ਜਕਦਮ ਮਨ ਦੇ ਵਿੱਚ ਖੁਸ਼ੀ ਪ੍ਰਾਪਤ ਹੋਈ। ਭਾਈ ਰੂਪ ਚੰਦ ਨੇ ਨਮਸਕਾਰ ਕਰਕੇ ਫਟਾਫਟ ਪਾਣੀ ਵਾਲੀ ਮਸ਼ਕ ਲੈ ਕੇ ਆਂਦੀ। ਪਾਣੀ ਪਹਿਲਾਂ ਨਾਲੋਂ ਵੀ ਸੀਤਲ ਠੰਡਾ ਹੋ ਚੁੱਕਿਆ, ਸਾਫ਼ ਨਿਰਮਲ ਹੋ ਚੁੱਕਿਆ ਸੀ। ਲਿਆ ਕੇ ਕਹਿੰਦੇ ਇੱਕ ਪੱਤਿਆਂ ਦਾ ਡੋਨਾ ਬਣਾ ਕੇ ਸਤਿਗੁਰੂ ਜੀ ਨੂੰ ਜਲ ਛਕਾਇਆ। ਤੇ ਜਦੋਂ ਸਤਿਗੁਰੂ ਜੀ ਨੇ ਜਲ ਛਕਿਆ, ਠੰਡਾ ਸੀਤਲ ਜੇਠਾੜ ਦੀ ਦੁਪਹਿਰ ਦੇ ਵਿੱਚ, ਤਪਦੀ ਗਰਮੀ ਲੋਹ ਪੈਂਦੀ ਵਿੱਚ, ਸਤਿਗੁਰੂ ਜੀ ਬੜੇ ਖੁਸ਼ ਹੋਏ। ਕਹਿਣ ਲੱਗੇ ਸਿੱਖੋ, ਤੁਸੀਂ ਧੰਨ ਤੁਹਾਡੀ ਸੇਵਾ, ਤੁਹਾਡੀ ਭਾਵਨਾ, ਤੁਹਾਡੀ ਸਿੱਖੀ ਹੈ। ਏਦਾਂ ਦਾ ਜਲ ਤੇ ਮੈਂ ਕਦੇ ਛਕਿਆ ਹੀ ਨਹੀਂ, ਪਹਿਲਾਂ ਕਦੇ ਪ੍ਰਾਪਤ ਨਹੀਂ ਹੋਇਆ। ਤਾਂ ਇਉਂ ਪ੍ਰਤੀਤ ਹੁੰਦਾ ਜਿਵੇਂ ਕਹਿੰਦੇ ਦਰਗਾਹ ਦੇ ਵਿੱਚੋਂ ਕੋਈ ਅੰਮ੍ਰਿਤ ਪ੍ਰਾਪਤ ਹੋ ਗਿਆ ਹੋਵੇ। ਸਤਿਗੁਰੂ ਜੀ ਏਦਾਂ ਬਖਸ਼ਿਸ਼ ਕਰਨ ਲੱਗੇ। ਭਾਈ ਰੂਪ ਚੰਦ ਤੇ ਭਾਈ ਸਾਧੂ ਜੀ ਨੇ ਦੋਨਾਂ ਨੇ ਸੇਵਾ ਕਰਕੇ ਆਨੰਦ ਪ੍ਰਾਪਤ ਕੀਤਾ, ਸਤਿਗੁਰ ਦੀ ਖੁਸ਼ੀ ਪ੍ਰਾਪਤ ਕੀਤੀ ਹੈ, ਬਖਸ਼ਿਸ਼ ਰਹਿਮਤ ਪ੍ਰਾਪਤ ਹੋਈ। ਉਸ ਵੇਲੇ ਦੋਨਾਂ ਨੇ ਜਦੋਂ ਸੇਵਾ ਕੀਤੀ, ਸਤਿਗੁਰ ਦੀ ਸੇਵਾ ਤੇ ਬੜੇ ਖੁਸ਼ ਹੋਏ। ਜਲ ਛਕਿਆ, ਐ ਘੁੱਟ ਕੇ ਗਲਵਕੜੀ ਵਿੱਚ ਦੋਨਾਂ ਜਾਣੇ ਪਿਓ ਪੁੱਤਾਂ ਨੂੰ ਸਤਿਗੁਰ ਨੇ ਲਿਆ। ਕਹਿੰਦੇ ਤੁਹਾਡੀ ਸੇਵਾ ਧੰਨ ਹੈ, ਧੰਨ ਤੁਹਾਡੀ ਸਿੱਖੀ, ਧੰਨ ਤੁਹਾਡਾ ਜਿਹੜਾ ਸਿੱਧਕ ਹੈ, ਧੰਨ ਹੈ। ਤੁਸੀਂ ਏਡੇ ਵੱਡੇ ਸਦਕ ਦੇ ਖਲੋਤੇ ਰਹੇ ਹੋ, ਜਾਨ ਦੀ ਪਰਵਾਹ ਨਹੀਂ ਕੀਤੀ। ਸਤਿਗੁਰ ਨੇ ਏਦਾਂ ਕਰਕੇ ਉਹਨਾਂ ਦੀ ਬੇਅੰਤ ਉਸਤਤ ਕਰਨਾ ਕੀਤੀ। ਤੁਹਾਡੀ ਸੇਵਾ ਸੱਚੀ ਦਰਗਾਹ ਦੇ ਵਿੱਚ ਪ੍ਰਵਾਨੀ ਗਈ ਹੈ। ਉਸ ਵੇਲੇ ਸਤਿਗੁਰ ਨੇ ਏਦਾਂ ਦੇ ਬਚਨ ਕੀਤੇ ਤੇ ਏਦਾਂ ਸੇਵਾ ਕਰਕੇ ਦੋਨਾਂ ਪਿਓ ਪੁੱਤਾਂ ਨੇ ਆਨੰਦ ਪ੍ਰਾਪਤ ਕੀਤਾ, ਖੁਸ਼ੀ ਪ੍ਰਾਪਤ ਕੀਤੀ। ਸਤਿਗੁਰੂ ਜੀ ਨੇ ਵੀ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਵਰਤਾਈਆਂ। ਸਤਿਗੁਰ ਦੀ ਕਿਰਪਾ ਹੋਈ। ਤਾਂ ਤੇ ਆਓ ਪਿਆਰੀ ਸੰਗਤ ਜੀ, ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਸਤਿਗੁਰੂ ਜੀ ਹੋਰ ਕੀ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦੇ ਆ। ਭਾਈ ਰੂਪ ਚੰਦ, ਇਹਨਾਂ ਦੇ ਪਿਤਾ ਭਾਈ ਸਾਧੂ ਜੀ, ਉਹ ਕਿਵੇਂ ਕਰਕੇ ਅੱਗੇ ਸਤਿਗੁਰ ਦੀ ਸੇਵਾ ਕਰਕੇ ਵੱਡੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਦੇ ਰਹਿੰਦੀ, ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ। ਪਿਆਰਿਓ, ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।